ਬੀਬੀ ਬੰਤ ਕੌਰ। ਬੀਬੀ ਬੰਤ ਕੌਰ ਦਾ ਪੇਕਾ ਪਿੰਡ ਸੂਸਾਂ ਸੀ। ਇਹਨਾਂ ਦੇ ਪਿਤਾ ਚੰਗੇ ਮੰਨੇ ਪ੍ਰਮੰਨੇ ਹਕੀਮ ਸਨ। ਇਲਾਕੇ ਵਿੱਚ ਬੜੀ ਸੋਭਤ ਸੀ। ਇਹਨਾਂ ਦੇ ਮਾਤਾ ਗੰਗਾ ਜੀ ਸਦਾ ਧਾਰਮਿਕ ਖਿਆਲਾਂ ਵਾਲੇ ਸਨ। ਇਹਨਾਂ ਦੇ ਪਿਤਾ ਸ਼ਿਵ ਸਿੰਘ ਨੂੰ ਲੋਕੀ ਨਾਮ ਕਰਕੇ ਤਾਂ ਘੱਟ ਜਾਣਦੇ ਸਨ, ਪਰ ਵੈਦ ਜੀ ਜਾਂ ਹਕੀਮ ਜੀ ਕਰਕੇ ਜ਼ਿਆਦਾ ਜਾਣਦੇ ਸਨ। ਇਹ ਦਵਾਈ ਵੀ ਗਰੀਬ ਲੋੜਵੰਦ ਨੂੰ ਮੁਫਤ ਦਿੰਦੇ ਸਨ। ਸੂਸਾਂ ਪਿੰਡ ਵਿੱਚ ਇੱਕ ਬ੍ਰਹਮ ਗਿਆਨੀ ਲੋਕ ਰਹਿੰਦੇ ਸਨ। ਇਹਨਾਂ ਬ੍ਰਹਮ ਗਿਆਨੀ ਬਾਬਾ ਜਵਾਹਰ ਦਾਸ ਜੀ ਉਦਾਸੀ ਹੋਰਾਂ ਦਾ ਇਸ ਗੁਰਮੁਖ ਪਰਿਵਾਰ 'ਤੇ ਵੀ ਬੜਾ ਚੰਗਾ ਅਸਰ ਸੀ। ਸਾਰਾ ਪਰਿਵਾਰ ਸੰਤ ਸੇਵੀ ਤੇ ਸ਼ਰਧਾ ਭਰਪੂਰ ਸੀ। ਜਦੋਂ ਬੀਬੀ ਬੰਤ ਕੌਰ ਵਰ ਪ੍ਰਾਪਤ ਹੋਈ ਤਾਂ ਤਨੌਲੀ ਪਿੰਡ ਦੇ ਸਰਦਾਰ ਨੱਥਾ ਸਿੰਘ ਦੇ ਸਪੁੱਤਰ ਸ਼ੰਕਰ ਸਿੰਘ ਨਾਲ ਸ਼ਾਦੀ ਕਰ ਦਿੱਤੀ। ਸਮਾਂ ਪਾ ਕੇ ਨਿਰੰਕਾਰ ਨੇ ਇੱਕ ਪੁੱਤਰ ਦੀ ਦਾਤ ਬਖਸ਼ੀ, ਜਿਸ ਦਾ ਨਾਮ ਸੋਹਣ ਸਿੰਘ ਰੱਖ ਦਿੱਤਾ। ਸ਼ੰਕਰ ਸਿੰਘ ਤਾਂ ਅਫਰੀਕਾ ਚਲਾ ਗਿਆ। ਉੱਥੇ ਜਾ ਕੇ ਮਕਾਨਾਂ, ਸੜਕਾਂ ਤੇ ਗੱਡੀ ਦੀਆਂ ਲਾਈਨਾਂ ਵਿਛਾਉਣ ਦੇ ਠੇਕੇ ਲੈਣ ਲੱਗ ਪਿਆ। ਬੀਬੀ ਬੰਤ ਕੌਰ ਨੂੰ ਇਹਦਾ ਸਹੁਰਾ ਸਰਦਾਰ ਨੱਥਾ ਸਿੰਘ ਕਿਤੇ ਜਾਣ ਆਉਣ ਨਹੀਂ ਸੀ ਦਿੰਦਾ। ਬੀਬੀ ਅਮਰ ਕੌਰ, ਜਿਨ੍ਹਾਂ ਦਾ ਅਸਥਾਨ ਚੋ ਦੇ ਕੰਢੇ ਤਪੋਬਨ ਹੈ, ਤੇ ਹੋਰ ਮਾਈਆਂ ਬੀਬੀਆਂ ਤੋਂ ਸੰਤ ਮਹਾਰਾਜ ਦਾ ਜਸ ਸੁਣ ਕੇ ਆਪਣੀ ਨਣਦ ਨੂੰ ਨਾਲ ਲੈ ਕੇ ਡੁੰਮ ਤੇ ਗਈ। ਇਹ ਡੁੰਮ ਬਹੁਤ ਹੀ ਡੂੰਘਾ ਤੇ ਸਦਾ ਭਰਿਆ ਰਹਿੰਦਾ ਸੀ। ਕਿਸੇ ਵੀ ਰੁੱਤ ਵਿੱਚ ਜਲ ਨਾ ਸੁੱਕਣ ਕਰਕੇ ਪਸ਼ੂ ਪੰਛੀਆਂ ਤੇ ਹੋਰ ਜੀਵਾਂ ਨੂੰ ਸੁੱਖ ਦਿੰਦਾ ਸੀ। ਹਜ਼ੂਰ ਹਫ਼ਤੇ ਬਾਅਦ ਇਹਨਾਂ ਡੁੰਮਾਂ ਤੇ ਜਾਂਦੇ। ਸੰਗਤ ਲਈ ਦੁਪਹਿਰ ਦਾ ਲੰਗਰ ਇੱਥੇ ਹੀ ਤਿਆਰ ਹੁੰਦਾ। ਪਹਿਲੀ ਵਾਰੀ ਸੰਤਾਂ ਦੇ ਦਰਸ਼ਨ ਕਰਕੇ ਬੀਬੀ ਬੰਤੀ ਦਾ ਮਨ ਖਿੱਚਿਆ ਗਿਆ। ਪਿਛਲੇ ਸੰਸਕਾਰ ਵੀ ਪ੍ਰਬਲ ਸਨ। ਜਦ ਸ਼ਾਮੀ ਆਈ ਤਾਂ ਆਪਣੇ ਪੁੱਤਰ ਨੂੰ ਸੰਤਾਂ ਦੀ ਮਹਿਮਾ ਦੱਸੀ ਤੇ ਦਰਸ਼ਨਾਂ ਲਈ ਪ੍ਰੇਰਿਆ। ਫਿਰ ਜਦੋਂ ਸੋਹਣ ਸਿੰਘ ਨੇ ਆਪਣੇ ਦਾਦਾ ਜੀ ਸਰਦਾਰ ਨੱਥਾ ਸਿੰਘ ਨੂੰ ਸੰਤਾਂ ਕੋਲ ਜਾਣ ਬਾਰੇ ਦੱਸਿਆ ਤਾਂ ਨੱਥਾ ਸਿੰਘ, ਜੋ ਪੂਰਾ ਨਾਸਤਕ ਸੀ, ਆਪਣੀ ਨੂੰਹ ਨਾਲ ਗੁੱਸੇ ਹੋ ਕੇ ਬੋਲਿਆ ਕਿ ਖਬਰਦਾਰ ਜੇ ਅੱਜ ਤੋਂ ਘਰੋਂ ਬਾਹਰ ਗਈ, ਘਰੇ ਪਰਦਿਆਂ ਵਿੱਚ ਅੰਦਰ ਰਿਹਾ ਕਰੋ। ਬੀਬੀ ਚੁੱਪ ਕਰ ਰਹੀ, ਪਰ ਫੇਰ ਲੋਕ ਛਿਪਕੇ ਜਾਂਦੀ ਰਹੀ। ਅਖੀਰ ਨੂੰ ਨੱਥਾ ਸਿੰਘ ਨੇ ਇਸ ਦਾ ਰਾਸ਼ਨ ਪਾਣੀ ਬੰਦ ਕਰ ਦਿੱਤਾ ਤੇ ਅਲਹਿਦਾ ਵੀ ਕਰ ਦਿੱਤਾ। ਇਸ ਨੇ ਆਪਣੇ ਪਤੀ ਨੂੰ ਚਿੱਠੀ ਪਾਈ। ਉਹ ਵਿਦੇਸ਼ ਤੋਂ ਚਿੱਠੀ ਪੜ੍ਹ ਕੇ ਵਾਪਸ ਪੰਜਾਬ ਆ ਗਿਆ, ਪਰ ਉਹ ਵੀ ਆਪਣੇ ਪਿਤਾ ਦਾ ਸਿੱਖਿਆ ਸਿਖਾਇਆ ਬੀਬੀ ਨਾਲ ਲੜਨ ਲੱਗ ਪਿਆ। ਬੀਬੀ ਦੋਹਾਂ ਪਾਸਿਆਂ ਤੋਂ ਤੰਗ ਆ ਗਈ। ਉਹ ਵੀ ਸੰਤ ਨਿੰਦਕ ਸੀ। ਛੁੱਟੀ ਕੱਟ ਕੇ ਵਾਪਸ ਚਲਾ ਗਿਆ। ਬੀਬੀ ਨੇ ਫੇਰ ਵੀ ਸ਼ਰਧਾ ਨਾ ਛੱਡੀ ਤੇ ਹੋਰ ਬੀਬੀਆਂ ਨਾਲ ਸੰਤਾਂ ਦੇ ਦਰਸ਼ਨਾਂ ਨੂੰ ਕਦੇ-ਕਦੇ ਚਲੀ ਜਾਂਦੀ। ਸਮੇਂ ਨੇ ਪਲਟਾ ਮਾਰਿਆ। ਮਹਾਂਪੁਰਸ਼ਾਂ ਦੀ ਕਿਰਪਾ ਹੋਈ। ਨੱਥਾ ਸਿੰਘ ਨੇ ਘਰੇ ਅਖੰਡ ਪਾਠ ਕਰਵਾਇਆ। ਬੀਬੀ ਨੇ ਅੱਗੇ ਹੋ ਕੇ ਸੰਗਤ ਦੀ ਸਾਰੀ ਸੇਵਾ ਆਪ ਕੀਤੀ। ਨੱਥਾ ਸਿੰਘ ਦੇ ਮਨ ਤੇ ਬੜਾ ਗਹਿਰਾ ਅਸਰ ਪਿਆ ਤੇ ਆਪਣੀ ਭੁੱਲ ਦਾ ਅਹਿਸਾਸ ਕੀਤਾ ਕਿ ਇਹ ਤਾਂ ਮਹਾਨ ਪਰਉਪਕਾਰੀ ਰੱਬੀ ਜੋਤ ਹਨ। ਮੈਂ ਐਵੇਂ ਹੀ ਇਹਨਾਂ ਦੀ ਨਿੰਦਾ ਕਰਦਾ ਰਿਹਾ। ਇਸ ਨੇ ਬੀਬੀ ਬੰਤੀ ਆਪਣੀ ਨੂੰਹ ਕੋਲੋਂ ਮਾਫੀ ਮੰਗੀ। ਫਿਰ ਆਪਣੀ ਨੂੰਹ ਨੂੰ ਨਾਲ ਲੈ ਕੇ ਮਹਾਂਪੁਰਖਾਂ ਦੀ ਚਰਨੀ ਪੈ ਕੇ ਭੁੱਲ ਦੀ ਮੁਆਫੀ ਮੰਗੀ। ਸੰਤਾਂ ਨੇ ਪਿਛਲੇ ਔਗਣ ਬਖਸ਼ ਦਿੱਤੇ। ਨਾਨਕ ਸੰਤ ਭਾਵੈ ਤਾਂ ਓਏ ਵੀ ਖਤ ਪਾਹੇ। ਟਾਂਡੇ ਵਾਲੇ ਸੰਤ ਮਹਾਂਪੁਰਖਾਂ ਦੇ ਪਾਵਨ ਬਚਨ ਅਟਲ। ਬੀਬੀ ਅਮਰ ਕੌਰ ਤਨੂਨੀ ਵਾਲੇ, ਇਹਨਾਂ ਦੀ ਭਤੀਜ ਨੂੰ ਬੀਬੀ ਤੇਜ ਕੌਰ ਤੇ ਇੱਕ ਹੋਰ ਬੀਬੀਆਂ ਨੂੰ ਨਾਲ ਲੈ ਕੇ ਬਾਬਾ ਬੂਟਾ ਸ਼ਾਹ ਜੀ ਦੇ ਅਸਥਾਨ ਵੱਲ ਚੱਲ ਪਈਆਂ। ਰਸਤੇ ਵਿੱਚ ਵਧੀਆ ਖਰਬੂਜੇ ਖਰੀਦ ਲਏ। ਜਾ ਕੇ ਦਰਸ਼ਨ ਕਰਕੇ ਭੇਟਾ ਰੱਖ ਕੇ ਮੱਥਾ ਟੇਕਿਆ। ਬਾਬਾ ਬੂਟਾ ਸ਼ਾਹ ਜੀ ਮਹਾਰਾਜ ਦੇਹ ਵਿੱਚ ਹੁੰਦੇ ਵੀ ਵਧੇ ਹੀ ਰਹਿੰਦੇ ਸਨ। ਪੂਰਨ ਜੋਤ ਪ੍ਰਗਟ ਰੂਪ ਜਗਮਗ ਸੀ। ਜਦ ਬਾਬਾ ਜੀ ਨੇ ਖਰਬੂਜਿਆਂ ਵਾਲਾ ਥੈਲਾ ਦੇਖਿਆ ਤਾਂ ਆਪਣੇ ਹੀ ਰੰਗ ਵਿੱਚ ਆ ਕੇ ਖਰਬੂਜੇ ਚੁੱਕ ਕੇ ਸੁੱਟਣ ਲੱਗ ਪਏ। ਇੱਕ ਖਰਬੂਜਾ ਮਾਤਾ ਤੇਜ ਕੌਰ ਦੀ ਝੋਲੀ ਵਿੱਚ ਜਾ ਪਿਆ। ਕਹਿਣ ਲੱਗੇ, ਲੈ ਤੈਨੂੰ ਪੁੱਤਰ ਦੀ ਦਾਤ ਬਖਸ਼ ਦਿੱਤੀ। ਪ੍ਰਸੰਨ ਹੋ ਕੇ ਮਾਈਆਂ ਸੰਤਗੜ੍ਹ ਡੇਰੇ ਦਰਸ਼ਨਾਂ ਨੂੰ ਆਈਆਂ। ਬੀਬੀ ਅਮਰ ਕੌਰ ਜੀ ਨੇ ਬਾਬਾ ਈਸਰ ਸਿੰਘ ਜੀ ਨੂੰ ਸਾਈਂ ਬੂਟੇ ਸ਼ਾਹ ਵਾਲੀ ਗੱਲ ਸਾਰੀ ਦੱਸ ਦਿੱਤੀ।
ਪੂਰਨ ਪਦ ਵਿੱਚ ਵਿਚਰਨ ਵਾਲੇ ਬਾਬਾ ਜੀ ਬੋਲੇ, ਕੁੜੀ ਹੋਊਗੀ। ਲਾਗੇ ਹੀ ਹਜੂਰ ਮਹਾਰਾਜ ਬੈਠੇ ਸਨ, ਸੁਣ ਕੇ ਹੱਸ ਪਏ। ਕਹਿਣ ਲੱਗੇ, ਦੇਖੋ ਸੰਤ ਭਲਵਾਨਾਂ ਦੀ ਕੁਸ਼ਤੀ ਵਿੱਚ ਕੌਣ ਜਿੱਤਦਾ ਹੈ। ਸਮਾਂ ਪਾ ਕੇ ਇੱਕ ਲੜਕਾ ਤੇ ਇੱਕ ਲੜਕੀ ਹੋਈ। ਸੰਤ ਮਹਾਰਾਜ ਕੋਲ ਦੋਨਾਂ ਜੋੜੇ ਬੱਚਿਆਂ ਨੂੰ ਲੈ ਕੇ ਆਏ ਤਾਂ ਸੰਤ ਮਹਾਰਾਜ ਜੀ ਨੇ ਸਾਈਂ ਬੂਟੇ ਸ਼ਾਹ ਜੀ ਦੀ ਬਖਸ਼ਿਸ਼ ਵਾਲੇ ਇਸ ਪੁੱਤਰ ਦਾ ਨਾਮ ਬੂਟਾ ਸਿੰਘ ਰੱਖਿਆ ਤੇ ਬਾਬਾ ਈਸਰ ਸਿੰਘ ਦੇ ਨਾਮ ਤੋਂ ਹਜੂਰ ਨੇ ਲੜਕੀ ਦਾ ਨਾਮ ਬੀਬੀ ਈਸ਼ਰ ਕੌਰ ਰੱਖਿਆ। ਇਸ ਤਰ੍ਹਾਂ ਸਾਹਿਬ ਸ੍ਰੀ ਮਾਨ ਸੰਤ ਮਹਾਰਾਜ ਬਾਬਾ ਈਸਰ ਸਿੰਘ ਜੀ ਮਹਾਰਾਜ ਜੀ ਅਤੇ ਪੂਰਨ ਪਦ ਵਿੱਚ ਖੇਡਦੇ ਸ੍ਰੀ ਮਾਨ ਬਾਬਾ ਬੂਟਾ ਸ਼ਾਹ ਜੀ ਪੂਰਨ ਬ੍ਰਹਮ ਗਿਆਨੀਆਂ ਦਾ ਬਚਨਾ ਟਲ ਹੋਇਆ। ਦੋਵੇਂ ਹੀ ਲੜਕੀ ਲੜਕਾ ਜੋੜੇ ਹੀ ਜੰਮ ਪਏ। ਇਸ ਬੀਬੀ ਈਸ਼ਰ ਕੌਰ ਤੇ ਉਹਨਾਂ ਦੇ ਭਾਈ ਬੂਟਾ ਸਿੰਘ ਜੀ ਦਾ ਸਾਰਾ ਪਰਿਵਾਰ ਅਖੀਰ ਤੱਕ ਮਹਾਂਪੁਰਖਾਂ ਦੇ ਸ਼ਰਧਾਲੂ ਰਹੇ। ਬੀਬੀ ਅਮਰ ਕੌਰ ਜੀ ਦੇ ਨਾਲ ਆਏ ਬਤਨ ਸਿੰਘ ਤੇ ਬੀਬੀ ਬਚਿੰਤ ਕੌਰ ਦਾ ਪ੍ਰਸੰਗ। ਇਹਨਾਂ ਦਾ ਪਿੰਡ ਤਨੂਲੀ ਤਕਰੀਬਨ ਸਾਰਾ ਹੀ ਮਹਾਂਪੁਰਖਾਂ ਦਾ ਸ਼ਰਧਾਲੂ ਸੀ। ਬੀਬੀ ਅਮਰ ਕੌਰ ਜੀ ਦੇ ਨਾਲ ਹੀ ਦੋਵੇਂ ਜੀ ਬੀਬੀ ਬਚਿੰਤ ਕੌਰ ਤੇ ਉਸ ਦਾ ਪਤੀ ਬਤਨ ਸਿੰਘ ਸੰਤਾਂ ਪਾਸ ਆ ਕੇ ਬਚਨ ਕੀਤਾ ਕਿ ਮਹਾਰਾਜ ਆਪ ਕਿਰਪਾ ਕਰੋ, ਅਸੀਂ ਅੱਜ ਤੋਂ ਨਿੰਦਣੀਆਂ ਚੀਜ਼ਾਂ ਨੂੰ ਹੱਥ ਤੱਕ ਨਹੀਂ ਲਾਵਾਂਗੇ। ਕਿਉਂਕਿ ਬੀਬੀ ਬਚਿੰਤ ਕੌਰ ਦਾ ਪਤੀ ਪਹਿਲਾਂ ਮਾਸ ਸ਼ਰਾਬ ਆਦਿ ਵਰਤਦਾ ਸੀ। ਕੁਝ ਸਮਾਂ ਪਾ ਕੇ ਬਚਿੰਤ ਕੌਰ ਨੂੰ ਉਮੀਦਵਾਰੀ ਹੋ ਗਈ। ਜਦੋਂ ਗਰਭ ਵਿੱਚ ਬੱਚੇ ਨੂੰ 7 ਮਹੀਨੇ ਹੋ ਗਏ ਤਾਂ ਫਿਰ ਸ੍ਰੀ ਗੁਰੂ ਜੀ ਦੇ ਮਹਾਵਾਕ ਸਾਧ ਬਚਨ ਟਲਾਦਾ ਅਨੁਸਾਰ ਗਰਭ ਵਿੱਚ ਬੱਚਾ ਨਿੰਮ ਪਿਆ ਤਾਂ ਇਹ ਬਚਿੰਤ ਕੌਰ ਦਾ ਪਤੀ ਫਿਰ ਨਿੰਦਣੀਏ ਪਦਾਰਥ ਮਾਸ ਸ਼ਰਾਬ ਆਦਿ ਵਰਤਣ ਲੱਗ ਪਿਆ। ਕਰੀਬ 3.5 ਸਾਲ ਇਹ ਖਾਂਦਾ ਪੀਂਦਾ ਰਿਹਾ। ਇੰਨਾ ਹੀ ਸਮਾਂ ਪੂਰੇ 3.5 ਸਾਲ ਬੀਬੀ ਬਚਿੰਤ ਕੌਰ ਦੀ ਕੁੱਖ ਵਿੱਚ ਬੱਚਾ ਰਿਹਾ। ਬੱਚੇ ਨੇ ਜਨਮ ਹੀ ਨਾ ਲਿਆ। ਆਪ ਵੀ ਤੇ ਮਾਤਾ ਨੂੰ ਦੁਖਦਾਈ ਸਾਬਤ ਹੋਇਆ। ਫੇਰ ਜਦ ਭੁੱਲ ਦਾ ਅਹਿਸਾਸ ਹੋਇਆ ਤਾਂ ਤਨੂਲੀ ਪਿੰਡ ਦੇ ਮਾਈ ਭਾਈ ਸਾਰੇ ਸਤਸੰਗੀ ਇਕੱਠੇ ਹੋ ਕੇ ਡੇਰੇ ਪੁੱਜੇ। ਸੰਤਾਂ ਨੂੰ ਨਮਸਕਾਰ ਕੀਤੀ। ਬੀਬੀ ਬਚਿੰਤ ਕੌਰ ਤੇ ਇਸ ਦਾ ਪਤੀ ਬਤਨ ਸਿੰਘ ਵੀ ਨਾਲ ਸੀ। ਸੰਗਤ ਨੂੰ ਸੰਬੋਧਨ ਕਰਦਿਆਂ ਹਜ਼ੂਰ ਨੇ ਫਰਮਾਇਆ ਕਿ ਸਾਧ ਸੰਗਤ ਜੀ ਦੱਸੋ ਕਿਵੇਂ ਦਰਸ਼ਨ ਦਿੱਤੇ। ਤਾਂ ਬਤਨ ਸਿੰਘ ਨੇ ਸਨਮੁਖ ਹੱਥ ਜੋੜ ਲਏ ਤੇ ਮਹਾਰਾਜ ਜੀ ਨੇ ਫਰਮਾਇਆ ਕਿ ਬਤਨ ਸਿੰਘ ਕੀ ਗੱਲ ਹੈ। ਕਾਫੀ ਸਮੇਂ ਬਾਅਦ ਦਰਸ਼ਨ ਹੋਏ। ਉਹਨੇ ਸ਼ਰਮਿੰਦੇ ਹੋਏ ਨੇ ਸਾਰੀ ਵਾਰਤਾ ਦੱਸੀ ਕਿ ਪਾਤਸ਼ਾਹ ਜੀ ਮੈਂ ਤੁਹਾਡੇ ਬਚਨ ਤੋਂ ਬੇਮੁਖ ਹੋ ਗਿਆ ਹਾਂ, ਝੂਠਾ ਹੋਣ ਕਰਕੇ ਮੱਥੇ ਨਹੀਂ ਲੱਗ ਸਕਿਆ। ਹੋਰ ਵੀ ਸੰਗਤ ਨੇ ਬੇਨਤੀ ਕੀਤੀ ਕਿ ਸੰਤ ਮਹਾਰਾਜ ਜੀ ਇਸ ਤੇ ਦਇਆ ਕਰੋ, ਬੱਚਾ ਜਨਮ ਨਹੀਂ ਲੈ ਰਿਹਾ। ਸੰਗਤਾਂ ਦਾ ਬਚਨ ਸੁਣ ਕੇ ਹਜ਼ੂਰ ਨੇ ਸਾਰਿਆਂ ਨੂੰ ਬਾਬਾ ਈਸਰ ਸਿੰਘ ਜੀ ਪਾਸ ਭੇਜ ਦਿੱਤਾ। ਜਦੋਂ ਬਾਬਾ ਜੀ ਬੋਲੇ ਕਿ ਸਾਧ ਸੰਗਤ ਜੀ ਸੰਤਾਂ ਦਾ ਇੱਕੋ ਹੀ ਬਚਨ ਹੁੰਦਾ ਹੈ, ਮੰਨਣ ਵਿੱਚ ਸੁੱਖ ਹੁੰਦਾ ਹੈ ਤੇ ਨਾ ਮੰਨਣ ਵਿੱਚ ਦੁੱਖ ਮਿਲਦਾ ਹੈ। ਤੁਸੀਂ ਫੇਰ ਪੁੱਤਰ ਦੇ ਜਨਮ ਦੀ ਖੁਸ਼ੀ ਵਿੱਚ ਲੋਕਾਂ ਨੂੰ ਸ਼ਰਾਬਾਂ ਆਦਿਕ ਪਿਆਓਗੇ। ਤਾਂ ਇਸ ਨੇ ਬਤਨ ਸਿੰਘ ਨੇ ਕਿਹਾ ਕਿ ਨਹੀਂ ਮਹਾਰਾਜ ਜੀ, ਅੱਜ ਤੋਂ ਬਾਅਦ ਮੈਂ ਕਦੀ ਵੀ ਮਾਸ ਸ਼ਰਾਬ ਆਦਿਕ ਨੂੰ ਹੱਥ ਤੱਕ ਨਹੀਂ ਲਾਵਾਂਗਾ। ਇਸ ਨੇ ਫੇਰ ਪ੍ਰਣ ਕਰ ਲਿਆ। ਤਾਂ ਬਾਬਾ ਜੀ ਬੋਲੇ ਕਿ ਜਾਓ ਹੁਣ ਇਹ ਪ੍ਰਣ ਚੇਤੇ ਰੱਖਣਾ, ਗੁਰੂ ਭਲੀ ਕਰੇਗਾ। ਫੇਰ ਸਮੇਂ ਅਨੁਸਾਰ ਬੱਚੇ ਨੇ ਜਨਮ ਲਿਆ। ਇਲਾਕੇ ਤੇ ਨਗਰ ਵਿੱਚ ਬੜੀਆਂ ਖੁਸ਼ੀਆਂ ਮਨਾਈਆਂ ਗਈਆਂ। 1.25 ਮਹੀਨੇ ਤੋਂ ਬਾਅਦ ਡੇਰੇ ਆਏ, ਕੜਾਹ ਪ੍ਰਸਾਦ ਦੇ ਕਰਾ ਕੇ ਅਰਦਾਸ ਕਰਾ ਕੇ ਬੱਚੇ ਦਾ ਨਾਮ ਰੱਖਿਆ ਤੇ ਗੁਰੂ ਜੀ ਦੀਆਂ ਖੁਸ਼ੀਆਂ ਲਈਆਂ। ਤਨੂਲੀ ਪਿੰਡ ਵਿੱਚ ਹੀ ਇੱਕ ਸ਼ਹੀਦਾਂ ਦਾ ਗੁਰਦੁਆਰਾ ਸਾਹਿਬ ਹੈ। ਇੱਥੇ ਦੇ ਸੇਵਾਦਾਰ ਮਹੰਤ ਬਾਘ ਸਿੰਘ ਜੀ ਸਨ। ਬਤਨ ਸਿੰਘ ਉਹਨਾਂ ਦੀ ਸੰਗਤ ਪਹਿਲਾਂ ਕਰਿਆ ਕਰਦਾ ਸੀ। ਉਹ ਜਰਾ ਖੁੱਲ੍ਹੇ ਖਿਆਲਾਂ ਵਾਲੇ ਤੇ ਖਾਣ ਪੀਣ ਵਾਲੇ ਸਨ। ਉਹਨਾਂ ਦੇ ਕਹੇ ਦੇ ਫੇਰ ਸ਼ਰਾਬ ਪੀਣ ਲੱਗ ਪਿਆ। ਖੂਬ ਮਾਸ ਸ਼ਰਾਬ ਦਾ ਜਾਗੇ ਨੇ ਆਪਣੇ ਘਰੇ ਕੀਤਾ। ਇਹਦੀ ਔਰਤ ਬੱਚੇ ਨੂੰ ਲੈ ਕੇ ਡੇਰੇ ਆ ਗਈ। ਬੱਚਾ ਆਪਣੇ ਬਚਪਨੇ ਸੁਭਾਅ ਅਨੁਸਾਰ ਰੋਣ ਦੀ ਜਿੱਦ ਕਰਨ ਲੱਗ ਪਿਆ। ਕੋਸ਼ਿਸ਼ ਕੀਤਿਆਂ ਵੀ ਬੱਚਾ ਜਿੱਦ ਕਰਕੇ ਰੋਂਦਾ ਰਿਹਾ। ਫਿਰ ਤੰਗ ਆ ਕੇ ਬੀਬੀ ਬਚਿੰਤ ਕੌਰ ਖਿੱਝ ਕੇ ਬੋਲੀ ਕਿ ਬੇਈਮਾਨ ਨਾ ਮਰਦਾ ਹੈ ਨਾ ਰੋਣੋਂ ਹਟਦਾ ਹੈ। ਇਹ ਬਚਨ ਬਾਬਾ ਈਸਰ ਸਿੰਘ ਜੀ ਨੇ ਵੀ ਸੁਣ ਲਏ ਤੇ ਉਹ ਬੋਲੇ ਕਿ ਇਸ ਨੇ ਅਜੇ ਕੀ ਬੇਈਮਾਨੀ ਕੀਤੀ ਹੈ। ਹੁਣ ਜਦੋਂ ਇਹ ਬੇਈਮਾਨੀ ਕਰੇਗਾ ਤਾਂ ਹੀ ਤੁਹਾਨੂੰ ਪਤਾ ਲੱਗੇਗਾ। ਬੇਈਮਾਨ ਤਾਂ ਇਹਦਾ ਬਾਪ ਹੈ ਜੋ 2 ਵਾਰ ਸੰਤਾਂ ਨਾਲ ਬਚਨ ਕਰਕੇ ਮੁੱਕਰ ਗਿਆ।
ਬਾਬਾ ਜੀ ਦੇ ਬਚਨ ਕੋਈ ਸਧਾਰਨ ਨਹੀਂ ਸਨ, ਤਿੱਖੇ ਤੀਰਾਂ ਵਾਂਗ ਸਨ। ਤੀਜੇ ਦਿਨ ਹੀ ਇੱਕ ਲੜਕੀ ਬੱਚੇ ਨੂੰ ਗੋਦੀ ਚੁੱਕ ਕੇ ਪੌੜੀਆਂ ਚੜ੍ਹਨ ਲੱਗੀ। ਬੱਚੇ ਨੇ ਹੁੰਬਲੀ ਮਾਰੀ, ਬੱਚਾ ਛੁੱਟ ਕੇ ਥੱਲੇ ਜਾ ਡਿੱਗਾ। ਡਿੱਗਦੇ ਸਾਰ ਹੀ ਮੌਤ ਹੋ ਗਈ। ਮਾਤਾ ਪਿਤਾ ਨੇ ਬਹੁਤ ਰੋਣਾ ਕਰਲਾਉਣਾ ਕੀਤਾ। ਫਿਰ ਅਖੀਰ ਨੂੰ ਡੇਰੇ ਆ ਕੇ ਸੇਵਾ ਕਰਨ ਲੱਗ ਪਏ। ਨਿਰਮਾਨਤਾ ਨਾਲ ਸੇਵਾ ਕੀਤਿਆਂ ਮਨ ਸ਼ੁੱਧ ਹੋ ਗਿਆ, ਸ਼ਰਧਾ ਵੀ ਜਾਗ ਪਈ। ਮਹਾਂਪੁਰਖਾਂ ਦੀਆਂ ਖੁਸ਼ੀਆਂ ਵੀ ਹੋਣ ਲੱਗ ਪਈਆਂ। ਅੰਤਰਜਾਮੀ ਮਹਾਂਪੁਰਖਾਂ ਨੇ ਪੁੱਛਿਆ, ਕੀ ਫੁਰਨਾ ਲੈ ਕੇ ਸੇਵਾ ਕਰ ਰਹੇ ਹੋ? ਬੇਨਤੀ ਕੀਤੀ, ਪਾਤਸ਼ਾਹ ਆਪ ਜਾਣੀ ਜਾਣ ਹੋ, ਸਾਡੇ ਔਗਣਾਂ ਵੱਲ ਨਾ ਤੱਕੋ, ਘਰ ਵਿੱਚ ਰੌਸ਼ਨੀ ਬਖਸ਼ੋ। ਅੱਜ ਤੋਂ ਪ੍ਰਣ ਕਰਦਾ ਹਾਂ ਕਿ ਮਾਂ ਸ਼ਰਾਬ ਵੱਲ ਤੱਕਾਂਗਾ ਵੀ ਨਹੀਂ। ਮਹਾਂਪੁਰਖ ਬੋਲੇ, ਗੁਰੂ ਬਖਸ਼ੰਦ ਹੈ, ਜੇਕਰ ਬਚਨ ਮੰਨੋਗੇ ਤਾਂ ਭਲੀ ਕਰੇਗਾ। ਗੁਰੂ ਨਾਨਕ ਸਾਹਿਬ ਜੀ ਦੇ ਘਰ ਕਿਸੇ ਵਸਤੂ ਦਾ ਘਾਟਾ ਨਹੀਂ, ਕੇਵਲ ਸ਼ਰਧਾ ਦੀ ਲੋੜ ਹੈ। ਮੱਥਾ ਟੇਕ ਕੇ ਦੰਪਤੀ ਜੋੜਾ ਬਤਨ ਸਿੰਘ ਤੇ ਬਚਿੰਤ ਕੌਰ ਘਰੇ ਚਲੇ ਗਏ। ਦਾਤੇ ਦੀ ਮਿਹਰ ਹੋਈ, 6 ਮਹੀਨੇ ਘਰ ਰਿਹਾ। ਫਿਰ ਆਪਣੇ ਰਿਸ਼ਤੇਦਾਰ ਹੁਕਮ ਸਿੰਘ ਕੋਲ ਬਾਹਰ ਚਲਾ ਗਿਆ। ਫਿਰ ਬੁਰੀ ਸੰਗਤ ਨੇ ਪੀਣ ਲਾ ਦਿੱਤਾ। ਇੰਨੇ ਚਿਰ ਨੂੰ ਬਚਿੰਤ ਕੌਰ ਬੀਬੀ ਦੇ ਪੇਟ ਵਿੱਚ ਬੱਚਾ 6 ਮਹੀਨੇ ਦਾ ਹੋ ਗਿਆ ਸੀ। ਇਹ ਪੂਰੇ 4 ਸਾਲ ਅਸਾਮ ਵੱਲ ਰਿਹਾ। ਬੱਚੇ ਨੇ ਜਨਮ ਹੀ ਨਾ ਲਿਆ। ਮਾਂ ਨੂੰ ਬੜੀ ਤਕਲੀਫ। ਪੂਰੇ 4 ਸਾਲ ਰਹੀ। ਅਸਾਮ ਤੋਂ 4 ਸਾਲ ਬਾਅਦ ਮੁੜ ਕੇ ਘਰ ਦੀ ਹਾਲਤ ਦੇਖੀ। ਇਹ ਘਰ ਵਾਲੀ ਤਾਂ ਮਰਨ ਤੇ ਆਈ ਹੋਈ ਹੈ। ਪਰਿਵਾਰ ਤੇ ਰਿਸ਼ਤੇਦਾਰ ਉਸ ਵੱਲ ਵੇਖ ਕੇ ਧਾਹਾਂ ਮਾਰ ਮਾਰ ਕੇ ਰੋ ਰੋ ਕੇ ਫਾਵੇ ਹੋ ਰਹੇ ਸਨ। ਇਸ ਨੂੰ ਬਹੁਤ ਫਟਕਾਰਾਂ ਪਾਉਂਦੇ। ਪਿੰਡ ਨਿਵਾਸੀਆਂ ਤੇ ਹੋਰ ਰਿਸ਼ਤੇਦਾਰ ਇਸ ਨੂੰ ਪ੍ਰੇਰ ਕੇ ਸੰਤ ਮਹਾਰਾਜ ਜੀ ਪਾਸ ਲੈ ਆਏ। ਇਸ ਨੇ ਰੋ ਰੋ ਕੇ ਚਰਨ ਧੋ ਦਿੱਤੇ। ਸੰਤਾਂ ਨੇ ਕਿਰਪਾ ਕੀਤੀ, ਬੱਚੇ ਦਾ ਜਨਮ ਹੋਇਆ। ਆਪਣੇ ਕਿਰਪਾਲੂ ਸੁਭਾਅ ਅਨੁਸਾਰ ਇਸ ਉੱਤੇ ਫੇਰ ਮਿਹਰ ਕੀਤੀ। ਡੇਰੇ ਆ ਕੇ ਬਾਬਾ ਜੀ ਦੀ ਹਜ਼ੂਰੀ ਵਿੱਚ ਕੜਾਹ ਪ੍ਰਸਾਦ ਦੀ ਦੇਗ ਕਰਵਾ ਕੇ ਬੱਚੇ ਦਾ ਨਾਮ ਰਖਵਾਇਆ। ਜੇ ਕੋ ਬਚਨ ਕਮਾਵੈ ਸੰਤਨ ਕਾ, ਸੋ ਗੁਰ ਪ੍ਰਸਾਦੀ ਧਰੀਐ। ਤੀਜੀ ਵਾਰ ਇਹ ਵੀ ਗੁਰਮਤਿ ਦਾ ਧਾਰਨੀ, ਸੰਤਾਂ ਦਾ ਪ੍ਰੇਮੀ ਤੇ ਬਚਨ ਦਾ ਪੱਕਾ ਹੋ ਗਿਆ ਤੇ ਸਾਰੇ ਪਰਿਵਾਰਕ ਗ੍ਰਸਤ ਤੇ ਸੁੱਖਾਂ ਦਾ ਭਾਗੀ ਬਣਿਆ। ਸੰਤਨ ਬਿਨ ਅਵਰ ਨ ਦਾਤਾ ਬੀਆ, ਜਿਉ ਜੋ ਸਰਨ ਪਰੈ ਸਾਧੂ ਕੀ, ਸੋ ਪਾਰ ਗ੍ਰਾਮੀ ਕੀਆ। ਰਹਾਓ। ਸੰਤ ਮਹਾਰਾਜ ਦੀ ਨਿਮਰਤਾ। ਇੱਕ ਸਮੇਂ ਬੰਗਾਲ ਵਿੱਚ ਬਹੁਤ ਸਾਰੇ ਅਨੇਕਾਂ ਮਤਾਂ ਦੇ ਸਾਧੂ ਇਕੱਠੇ ਹੋਏ। ਉਹਨਾਂ ਵਿੱਚ ਇਹ ਬਚਨ ਬਿਲਾਸ ਚੱਲੇ ਕਿ ਇਸ ਵੇਲੇ ਕੌਣ ਪੂਰਨ ਮਹਾਂਪੁਰਖ ਹੋਏ ਹਨ। ਤਾਂ ਇਹਨਾਂ ਸਾਧੂਆਂ ਵਿੱਚੋਂ ਹੀ ਇੱਕ ਨਾਗਾ ਸਾਧੂ ਬੋਲਿਆ ਕਿ ਪੰਜਾਬ ਸੂਬੇ ਵਿੱਚ ਦੁਆਬੇ ਦੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਹਰਖੋਵਾਲ ਸੰਤਗੜ੍ਹ ਡੇਰੇ ਤੇ ਬਾਬਾ ਜਵਾਲਾ ਸਿੰਘ ਜੀ ਪੂਰਨ ਮਹਾਂਪੁਰਖ ਹਨ। ਉਸ ਵਕਤ ਇੱਕ ਸੰਨਿਆਸੀ ਬੋਲਿਆ, ਕਿਵੇਂ ਝੂਠ ਬੋਲਦਾ ਹੈ, ਐਸੇ ਸਮੇਂ ਕੋਈ ਪੂਰਨ ਨਹੀਂ ਹੈ। ਨਾਗਾ ਸਾਧੂ ਕਹਿਣ ਲੱਗਾ ਕਿ ਜਾ ਕੇ ਦੇਖ ਆਓ। ਸਾਧੂਆਂ ਦਾ ਪਰਸਪਰ ਵਾਦ ਵਿਵਾਦ ਹੋਣ ਲੱਗ ਪਿਆ। ਬਹੁਤਿਆਂ ਦੀ ਸਹਿਮਤੀ ਨਾਗੇ ਸਾਧੂ ਦੇ ਨਾਲ ਸੀ, ਪਰ ਸੰਨਿਆਸੀ ਦੀ ਤਸੱਲੀ ਨਾ ਹੋਈ। ਉਹ ਘੋਖ ਕਰਨ ਦੀ ਵਿਚਾਰ ਨਾਲ ਡੇਰੇ ਸੰਤਗੜ੍ਹ ਆ ਗਿਆ। ਪੁੱਛਿਆ ਕਿ ਸੰਤ ਜੀ ਕਿੱਥੇ ਹਨ। ਡੇਰੇ ਦੇ ਸੇਵਾਦਾਰਾਂ ਜਵਾਬ ਦਿੱਤਾ ਕਿ ਸੰਤ ਜੀ ਮਹਾਰਾਜ ਧੁੱਪੇ ਚੋਅ ਦੇ ਵਿੱਚ ਬਰੇਤੀ ਉੱਤੇ ਆਰਾਮ ਕਰ ਰਹੇ ਹਨ। ਸੰਨਿਆਸੀ ਨੇ ਜਾ ਕੇ ਦੇਖਿਆ ਕਿ ਮਹਾਰਾਜ ਬਸਤਰ ਲੈ ਕੇ ਮੂੰਹ ਢੱਕੀ ਪਏ ਹਨ। ਜਾਂਦਿਆਂ ਹੀ ਸੰਨਿਆਸੀ ਸਾਧੂ ਨੇ ਵੱਖੀ ਵਿੱਚ ਜ਼ੋਰ ਦੀ ਲੱਤ ਮਾਰੀ। ਹਜ਼ੂਰ ਨੇ ਚਾਦਰ ਚੋਂ ਦੋਵੇਂ ਹੱਥ ਬਾਹਰ ਕੱਢ ਕੇ ਬੈਠ ਕੇ ਉਸਦੇ ਪੈਰਾਂ ਨੂੰ ਘੁੱਟਣ ਲੱਗ ਪਏ। ਉਸ ਨੇ ਇੱਕ ਹੋਰ ਜ਼ੋਰ ਦੀ ਲੱਤ ਮਾਰ ਕੇ ਕਿਹਾ ਕਿ ਕਿੱਥੇ ਪਖੰਡ ਕਰਨ ਲੱਗਿਆ ਹੈ, ਆ ਗਿਆ ਵੱਡਾ ਸੰਤ। ਸੰਤ ਮਹਾਰਾਜ ਜੀ ਸਹਿਜ ਨਾਲ ਉੱਠੇ, ਚਰਨ ਪਕੜ ਕੇ ਬੇਨਤੀ ਕੀਤੀ ਕਿ ਮਹਾਰਾਜ ਜੀ, ਆਪ ਜੀ ਨੇ ਬਹੁਤ ਚੰਗਾ ਕੀਤਾ। ਇਹ ਸਰੀਰ ਡੰਡ ਦੇ ਹੀ ਯੋਗ ਹੈ। ਇਸ ਨੇ ਸਾਧੂ ਨੂੰ ਆਇਆ ਦੇਖ ਕੇ ਉੱਠ ਕੇ ਮਾਣ ਸਤਿਕਾਰ ਨਹੀਂ ਕੀਤਾ। ਨਿਮਰਤਾ ਭਰਪੂਰ ਇਹ ਬਚਨ ਸੁਣ ਕੇ ਉਸ ਸੰਨਿਆਸੀ ਸਾਧੂ ਦੀਆਂ ਭੁੱਬਾਂ ਨਿਕਲ ਗਈਆਂ ਤੇ ਕਿਹਾ ਕਿ ਮਹਾਰਾਜ, ਆਪ ਦੀ ਪ੍ਰੀਖਿਆ ਕਰਨ ਆਇਆ ਸੀ, ਪਰ ਜਿਹੋ ਜਿਹੇ ਆਪ ਸੁਣੀਂਦੇ ਸੋ ਉਸ ਤੋਂ ਪਰੇ ਹੀ ਦੇਖੇ। ਸੰਤ ਮਹਾਰਾਜ ਜੀ ਹੱਸੇ ਤੇ ਕਿਹਾ, ਚੰਗਾ ਸੰਤ ਜੀ, ਤੁਸੀਂ ਵੀ ਸਾਧੂ ਹੋ। ਆਪ ਸਾਧ ਦੀ ਪਰਖ ਕਰਨ ਆਏ ਹੋ, ਪਰ ਜੇ ਹੁਣ ਅਸੀਂ ਤੁਹਾਡੀ ਪਰਖ ਕਰੀਏ ਤਾਂ ਦੱਸੋ ਫਿਰ ਕੀ ਹੋਊ। ਉਸ ਨੇ ਸੰਤਾਂ ਦੇ ਚਰਨ ਪਕੜ ਲਏ। ਹਜ਼ੂਰ ਬੋਲੇ, ਅੱਗੇ ਵਾਸਤੇ ਕਿਸੇ ਵੀ ਸੰਤ ਦੀ ਪਰਖ ਨਹੀਂ ਕਰਨੀ। ਲਾਲ ਤਾਂ ਗੋਦੜੀਆਂ ਵਿੱਚ ਹੀ ਲੁਕੇ ਰਹਿੰਦੇ ਹਨ।
ਬੀਬੀ ਪ੍ਰੀਤਮ ਕੌਰ ਜੀ ਦਾ ਸਫਲ ਜੀਵਨ। ਧਨੌਲੀ ਪਿੰਡ ਦੇ ਬੀਬੀ ਅਮਰ ਕੌਰ ਤੇ ਇਹਨਾਂ ਦੀ ਸੰਗਤ ਨਾਲ ਬੀਬੀ ਪ੍ਰੀਤਮ ਕੌਰ ਜੀ, ਜੋ ਸਰਦਾਰ ਦੀਵਾਨ ਸਿੰਘ ਦੀ ਸੁਪੁੱਤਰੀ ਸੀ, ਮਹਾਰਾਜ ਦੇ ਚਰਨਾਂ ਵਿੱਚ ਆਇਆ ਕਰੇ, ਜੋਗ ਵਸ਼ਿਸ਼ਟ ਦੀ ਕਥਾ ਸੁਣਿਆ ਕਰੇ, ਜੋ ਪਹਿਲਾਂ ਬਾਬਾ ਦੀਦਾਰ ਸਿੰਘ ਜੀ ਕਰਦੇ ਸਨ, ਫਿਰ ਗਿਆਨੀ ਜੋਧ ਸਿੰਘ ਜੀ ਕਰਨ ਲੱਗ ਪਏ। ਕਥਾ ਸੁਣਦੇ ਮਨ ਵਿੱਚ ਵਿਰਾਗ ਪੈਦਾ ਹੋ ਗਿਆ ਤੇ ਸ਼ਾਦੀ ਕਰਾਉਣ ਤੋਂ ਨਾ ਕਰ ਦਿੱਤੀ। ਸੰਤ ਮਹਾਰਾਜ ਦੀ ਆਗਿਆ ਪਾ ਕੇ ਘਰ ਵਿੱਚ ਹੀ ਤਪ ਕਰਨ ਲੱਗ ਪਏ। 8 ਪਹਿਰੀ ਤੜਕੇ 1 ਵਜੇ ਸਰੀਰਕ ਕਿਰਿਆ ਸੋਧ ਕੇ ਇਸ਼ਨਾਨ ਕਰਕੇ ਅੰਦਰੋਂ ਕੁੰਡਾ ਮਾਰ ਲੈਣਾ। ਜਿੱਥੇ ਕੋਈ ਸੱਜਣ ਮਾਈ ਜਾਂ ਭੈਣ ਭਰਾ ਤਾਕੀ ਵਿੱਚ ਹੀ ਪ੍ਰਸ਼ਾਦਾ ਰੱਖ ਜਾਂਦੇ। ਬੀਬੀ ਜੀ ਦਰਵਾਜ਼ਾ ਨਹੀਂ ਖੋਲ੍ਹਦੇ ਸਨ। ਇੱਕ ਪਾਣੀ ਦਾ ਘੜਾ ਵੀ ਕੋਲ ਹੁੰਦਾ। ਬੜੀ ਭਾਰੀ ਤਪੱਸਿਆ ਕੀਤੀ। ਸੰਤਾਂ ਦੀ ਆਗਿਆ ਅਨੁਸਾਰ 40 ਦਿਨਾਂ ਲਈ ਵਿਸ਼ੇਸ਼ ਜਪ ਵੀ ਕੀਤਾ। ਇਸ ਕਠਿਨ ਤਪੱਸਿਆ ਤੇ ਪ੍ਰੇਮ ਨੂੰ ਪ੍ਰਵਾਨ ਕਰਕੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਦਰਸ਼ਨ ਦਿੱਤੇ। ਫਿਰ ਤਾਂ ਸਾਰੀ ਜ਼ਿੰਦਗੀ ਹੀ ਸਾਧ ਸੰਗਤ ਦੀ ਸੇਵਾ ਤੇ ਸਿਮਰਨ ਵਿੱਚ ਬਤੀਤ ਕਰਕੇ ਜੀਵਨ ਯਾਤਰਾ ਸਫਲ ਕੀਤੀ। ਸਫਲ ਸਫਲ ਭਈ ਸਫਲ ਯਾਤਰਾ, ਆਵਣ ਜਾਣ ਰਹੇ ਮਿਲੇ ਸਾਧਾ। ਪਿੰਡ ਅੱਤੋਵਾਲ ਦੀ ਬੀਬੀ ਰਾਜ ਕੌਰ। ਬੀਬੀ ਰਾਜ ਕੌਰ ਰਾਮਗੜ੍ਹੀਏ ਘਰਾਣੇ ਦੇ ਇੱਕ ਸਨਮਾਨਯੋਗ ਪਰਿਵਾਰ ਦੀ ਲੜਕੀ ਸੀ। ਇਹ ਪਿੰਡ ਬਿਹਾਲੇ ਵਿਆਹੀ ਹੋਈ ਸੀ। ਇਸ ਦੇ ਘਰ ਵਾਲਾ ਭਰ ਜਵਾਨੀ ਵਿੱਚ ਹੀ ਸਦਾ ਲਈ ਵਿਛੋੜਾ ਦੇ ਗਿਆ। ਇਸ ਦੇ 2 ਪੁੱਤਰ ਸਨ, ਉਹ ਵੀ ਗੁਰਪੁਰੀ ਚਲੇ ਗਏ। ਬੀਬੀ ਫਿਰ ਆਪਣੇ ਪੇਕੇ ਘਰ ਵਿੱਚ ਰਹਿਣ ਲੱਗ ਪਈ ਅਤੇ ਇਸ ਦਾ ਵੀ ਸੰਤ ਮਹਾਰਾਜ ਦਾ ਪ੍ਰਤਾਪ ਦੇਖ ਕੇ ਸਾਧ ਸੰਗਤ ਨਾਲ ਪ੍ਰੇਮ ਹੋ ਗਿਆ। ਇਸ ਨੇ ਸਾਰੀ ਆਯੂ ਸੰਤਾਂ ਦੇ ਬਚਨਾਂ ਤੇ ਪਹਿਰਾ ਦੇ ਕੇ ਜੀਵਨ ਬਤੀਤ ਕੀਤਾ, ਜੋ ਕਿ ਸਿਲਾਈ ਮਸ਼ੀਨ ਸਿੱਖ ਕੇ ਸੰਗਤ ਦੇ ਚੋਲੇ ਕਛਹਿਰੇ ਸੀਉਂਦੀ ਰਹੀ। ਬੀਬੀ ਰਾਧੋ ਜੀ ਨਾਲ ਇਸ ਦਾ ਪ੍ਰੇਮ ਬਹੁਤ ਸੀ ਅਤੇ ਅੱਤੋਵਾਲ ਤੋਂ ਬੀਬੀ ਸਵਰਨ ਕੌਰ ਨੇ ਵੀ ਰਾਜ ਕੌਰ ਤੋਂ ਬਾਅਦ ਕੱਪੜੇ ਸੀਵਣ ਦੀ ਸੇਵਾ ਕੀਤੀ ਤੇ ਆਖਰੀ ਸਵਾਸ ਤੱਕ ਨਿਭਾਈ। ਬੀਬੀ ਰਾਜ ਕੌਰ ਰਾਤ ਦੇ 1 ਵਜੇ ਇਸ਼ਨਾਨ ਕਰਕੇ ਨਿਤਨੇਮ ਦਾ ਪਾਠ ਕਰੇ, ਅਸਥਾਨ ਸੰਤਗੜ੍ਹ ਤੇ ਆ ਕੇ ਝਾੜੂ ਆਦਿਕ ਦੀ ਸੇਵਾ ਕਰਦੀ। ਬੀਬੀ ਨਸੀਬ ਕੌਰ ਵੀ ਇਸੇ ਪਿੰਡ ਦੀ ਵਸਨੀਕ ਸੀ। ਉਹ ਵੀ ਕਾਫੀ ਸਮਾਂ ਇਸ ਅਸਥਾਨ ਦੀ ਸੇਵਾ ਕਰਦੀ ਰਹੀ। ਪ੍ਰਸ਼ਾਦੇ ਪਕਾਉਣੇ, ਘਰੋਂ ਲਿਆ ਕੇ ਲੰਗਰ ਵਿੱਚ ਦੁੱਧ ਪਾਉਣਾ ਤੇ ਸੰਤ ਮਹਾਰਾਜ ਬਾਬਾ ਬਹਾਲ ਸਿੰਘ ਜੀ ਵਾਸਤੇ ਪ੍ਰਸ਼ਾਦ ਤਿਆਰ ਕਰਕੇ ਘਰੋਂ ਲਿਆਉਣਾ, ਇਤਿਆਦਿਕ ਸੇਵਾ ਕਰਕੇ ਆਪਣਾ ਜੀਵਨ ਸਫਲ ਕੀਤਾ। ਇਸ ਨੇ ਵੀ ਸਾਦੀ ਨਹੀਂ ਸੀ ਕਰਾਈ। ਪਿੰਡ ਮੁਣਾਈਆਂ ਦੀ ਸਦਕੀ ਸ਼ਰਧਾਲੂ। ਇਸ ਪਿੰਡ ਦੇ ਵੀ ਬਹੁਤ ਸਾਰੇ ਸ਼ਰਧਾਲੂ ਹੋਏ ਹਨ। ਬਾਬਾ ਕੇਰ ਸਿੰਘ ਦੇ ਘਰੋਂ ਬੀਬੀ ਹਰਨਾਮ ਕੌਰ, ਮੇਰ ਸਿੰਘ ਦੇ ਘਰੋਂ ਬੀਬੀ ਪ੍ਰੀਤਮ ਕੌਰ ਤੇ ਹੁਕਮ ਸਿੰਘ ਦੇ ਘਰੋਂ ਬੀਬੀ ਉਦਮ ਕੌਰ ਜੀ ਸ਼ਰਧਾਲੂ ਤੇ ਸੰਤਾਂ ਦੀ ਬਖਸ਼ਿਸ਼ ਦੇ ਪਾਤਰ ਬਣੇ। ਇਸ ਪਿੰਡ ਦੇ ਸਿੰਘਾਂ ਦੀ ਘਾਲਣਾ ਦਾ ਪ੍ਰਸੰਗ ਪਿਛੇ ਆ ਚੁੱਕਾ ਹੈ। ਪਹਿਲਾਂ ਇਹਨਾਂ ਦੇ ਪਿਤਾ ਸਰਦਾਰ ਹੁਕਮ ਸਿੰਘ ਜੀ ਸੰਤਗੜ੍ਹ ਡੇਰੇ ਆ ਕੇ ਲੰਗਰ ਵਾਸਤੇ ਲੱਕੜਾਂ ਆਦਿਕ ਤੇ ਹੋਰ ਜਥਾ ਸਖਤ ਸੇਵਾ ਕਰਦੇ। ਇਸੇ ਘਾਲਣਾ ਨਾਲ ਮਹਾਰਾਜ ਜੀ ਦੀ ਐਸੀ ਕਿਰਪਾ ਹੋਈ ਕਿ ਸਾਰਾ ਪਰਿਵਾਰ ਤੇ ਰਿਸ਼ਤੇਦਾਰ ਤੱਕ ਗੁਰੂ ਘਰ ਦੇ ਪ੍ਰੇਮੀ ਤੇ ਸੰਤ ਸੇਵੀ ਹਨ। ਇਹਨਾਂ ਤੋਂ ਇਲਾਵਾ ਹੋਰ ਵੀ ਕਈ ਪਰਿਵਾਰ ਮਹਾਂਪੁਰਖਾਂ ਦੀ ਬਖਸ਼ਿਸ਼ ਦੇ ਪਾਤਰ ਬਣੇ, ਜਿਨ੍ਹਾਂ ਦਾ ਪ੍ਰਸੰਗ ਪਿਛੇ ਆ ਚੁੱਕਾ ਹੈ। ਡੇਰੇ ਸੰਤਗੜ੍ਹ ਵਿੱਚ ਇੱਕ ਹੋਰ ਵੀ ਸੇਵਾ ਦੇ ਪੁੰਜ ਬੀਬੀ ਰਾਮ ਕੌਰ ਜੀ ਹਨ, ਜੋ ਪਤੀ ਦੇ ਸਵਰਗਵਾਸ ਹੋਣ ਤੋਂ ਥੋੜ੍ਹਾ ਸਮਾਂ ਬਾਅਦ ਹੀ ਸੰਤਗੜ੍ਹ ਡੇਰੇ ਆ ਕੇ ਮਹਾਂਪੁਰਖਾਂ ਦੀ ਸ਼ਰਨ ਵਿੱਚ ਰਹਿ ਕੇ ਲੰਗਰ ਦੀ ਸੇਵਾ, ਸਬਜ਼ੀ ਆਦਿ ਕੱਟਣ ਤੇ ਲੋਹ ਹੇਠਾਂ ਬਾਲਣਾ ਦੀ ਸੇਵਾ ਅੱਜ ਕੱਲ੍ਹ ਬਿਰਧ ਅਵਸਥਾ ਵਿੱਚ ਵੀ ਨਿਭਾ ਰਹੇ ਹਨ।